ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਤੁਹਾਡਾ ਸਵਾਗਤ ਹੈ ਅੱਜ ਦੇ ਲੈਕਚਰ ਵਿੱਚ। ਸਭ ਤੋਂ ਪਹਿਲਾਂ ਮੈਂ ਆਪਣਾ ਇੰਟਰੋਡਕਸ਼ਨ ਦੇਣ ਜਾ ਰਿਹਾ ਹਾਂ। ਮੈਂ ਕਵਲਪ੍ਰੀਤ ਸਿੰਘ, ਸਾਇੰਸ ਮਾਸਟਰ, ਸਰਕਾਰੀ ਮਿਡਲ ਸਕੂਲ ਟਗਾਪੁਰ, ਜ਼ਿਲ੍ਹਾ ਅੰਮ੍ਰਿਤਸਰ। ਅੱਜ ਆਪਾਂ ਤੱਤਾਂ ਦੇ ਵਰਗੀਕਰਨ, ਪੀਰੀਓਡਿਕ ਕਲਾਸੀਫਿਕੇਸ਼ਨ ਆਫ ਐਲੀਮੈਂਟਸ, ਤੱਤਾਂ ਦਾ ਆਵਰਤੀ ਵਰਗੀਕਰਨ ਬਾਰੇ ਪੜ੍ਹਨ ਜਾ ਰਹੇ ਹਾਂ। ਇਸ ਤੋਂ ਪਹਿਲਾਂ ਆਪਾਂ ਨਵੀਂ ਕਲਾਸ 'ਚ ਅਸੀਂ ਪੜ੍ਹਿਆ ਬੱਚਿਓ ਕਿ ਸਾਡੇ ਆਲੇ ਦੁਆਲੇ ਜਿਹੜਾ ਮਾਦਾ ਹੈ ਉਹ ਤੱਤਾਂ, ਯੋਗਕਾਂ ਅਤੇ ਮਿਸ਼ਰਨ ਦੇ ਰੂਪ ਵਿੱਚ ਵਿਚਰਦਾ ਹੈ। ਤੱਤ ਇੱਕ ਹੀ ਤਰ੍ਹਾਂ ਦੇ ਪਰਮਾਣੂ ਤੋਂ ਮਿਲ ਕੇ ਬਣੇ ਹੋਏ ਹੁੰਦੇ ਹਨ। ਇੱਕ ਹੀ ਤਰ੍ਹਾਂ ਦੇ ਪਰਮਾਣੂਆਂ ਤੋਂ ਮਿਲ ਕੇ ਤੱਤ ਬਣਦੇ ਹਨ। ਵੱਖ-ਵੱਖ ਤਰ੍ਹਾਂ ਦੇ ਤੱਤਾਂ ਵਿੱਚ ਪਰਮਾਣੂ ਵੱਖ-ਵੱਖ ਹੁੰਦੇ ਹਨ। ਉਦਾਹਰਨ ਦੇ ਤੌਰ ਦੇ ਉੱਤੇ ਲੋਹੇ ਦੇ ਪਰਮਾਣੂ ਹਾਈਡਰੋਜਨ ਦੇ ਪਰਮਾਣੂ ਨਾਲੋਂ ਵੱਖਰੇ ਹੋਣਗੇ। ਅੱਜ ਅਸੀਂ ਤੱਤਾਂ ਦੇ ਵਰਗੀਕਰਨ ਬਾਰੇ ਪੜ੍ਹਨ ਜਾ ਰਹੇ ਹਾਂ। ਸਭ ਤੋਂ ਪਹਿਲਾਂ ਕਿਉਂ ਲੋੜ ਪਈ ਸਾਨੂੰ ਵਰਗੀਕਰਨ ਕਰਨ ਦੀ ਇਹਨਾਂ ਤੱਤਾਂ ਦੀ, ਅਸੀਂ ਇਸ ਬਾਰੇ ਵਿਚਾਰ ਕਰਾਂਗੇ। ਬੇਤਰਤੀਬ ਤੋਂ ਤਰਤੀਬ ਵੱਲ, ਇਹੀ ਤੱਤਾਂ ਦੇ ਵਰਗੀਕਰਨ ਦਾ ਮੁੱਢਲੇ ਯਤਨ ਸੀ। ਸਾਡੇ ਕੋਲ ਬੇਤਰਤੀਬ ਪਈਆਂ ਸੀ ਚੀਜ਼ਾਂ, ਤੱਤ, ਅਤੇ ਉਹਨਾਂ ਨੂੰ ਅਸੀਂ ਵਰਗੀਕਰਨ ਕੀਤਾ। ਪਿਆਰੇ ਵਿਦਿਆਰਥੀਓ, ਅਸੀਂ ਜਾਣਦੇ ਹਾਂ ਜਦੋਂ ਤੱਤਾਂ ਦਾ ਵਰਗੀਕਰਨ ਬਾਰੇ ਅਸੀਂ ਪੜ੍ਹ ਰਹੇ ਹਾਂ, ਇਹਨਾਂ ਦਾ ਵਰਗੀਕਰਨ ਕਰਨ ਲਈ ਵਿਗਿਆਨੀਆਂ ਨੂੰ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਸ਼ੁਰੂਆਤ ਵਿੱਚ ਤਾਂ ਇਸ ਕੰਮ ਨੂੰ ਬਹੁਤ ਕਠਿਨਾਈ ਸੀ, ਲੇਕਿਨ ਜਿਵੇਂ ਜਿਵੇਂ ਇਹ ਕੰਮ ਚੱਲਦਾ ਗਿਆ ਤਾਂ ਇਸ ਕਠਿਨਾਈ ਨੂੰ ਅਸੀਂ ਪਾਰ ਪਾ ਲਿਆ। ਅਸੀਂ ਅੱਜ ਪੜ੍ਹਾਂਗੇ ਕਿਸ ਤਰ੍ਹਾਂ ਇਸ ਆਵਰਤੀ ਸਾਰਣੀ ਦੀ ਸ਼ੁਰੂਆਤ ਹੋਈ ਅਤੇ ਕਿਸ ਤਰ੍ਹਾਂ ਅੱਜ ਦੇ ਜਿਹੜਾ ਵਾ ਅਸੀਂ ਫਾਈਨਲ ਰੂਪ ਵਿੱਚ ਪਹੁੰਚੇ। ਸਭ ਤੋਂ ਪਹਿਲਾਂ ਬੱਚਿਓ ਤੁਹਾਡੇ ਸਾਹਮਣੇ ਇੱਕ ਪਾਟੇ ਹੋਏ ਨਕਸ਼ੇ ਦੀ ਗੱਲ ਕਰ ਰਹੇ ਹਾਂ ਆਪਾਂ। ਇਸ ਪਾਟੇ ਹੋਏ ਨਕਸ਼ੇ ਵਿੱਚ ਤੁਸੀਂ ਵੱਖ-ਵੱਖ ਭਾਗਾਂ ਨੂੰ ਜੋੜਨਾ ਹੈ ਤਾਂ ਤੁਹਾਨੂੰ ਮੁਸ਼ਕਿਲ ਆਏਗੀ। ਸੇਮ ਇਸੇ ਤਰ੍ਹਾਂ ਹੀ ਵਿਗਿਆਨੀਆਂ ਨੂੰ ਵੀ ਸ਼ੁਰੂਆਤ ਵਿੱਚ ਇਹਨਾਂ ਨਕਸ਼ਿਆਂ ਨੂੰ ਜਿਸ ਤਰ੍ਹਾਂ ਜੋੜਨ 'ਚ ਮੁਸ਼ਕਿਲ ਆਈ, ਇਸੇ ਤਰ੍ਹਾਂ ਤੱਤਾਂ ਨੂੰ ਵੀ ਇੱਕ ਤਰਤੀਬ ਵਿੱਚ ਵਰਗੀਕਰਨ ਕਰਨ ਵਿੱਚ ਉਹਨਾਂ ਨੂੰ ਮੁਸ਼ਕਿਲ ਆਈ। ਹੁਣ ਵਰਗੀਕਰਨ ਕਿਉਂ ਕੀਤਾ ਜਾਂਦਾ ਹੈ ਤੁਸੀਂ ਸਾਹਮਣੇ ਦੇਖ ਰਹੇ ਜੇ। ਤੁਹਾਡੇ ਸਾਹਮਣੇ ਇੱਕ ਡਾਇਗਰਾਮ ਹੈ ਬੱਚੇ, ਤਸਵੀਰ ਹੈ। ਤੁਸੀਂ ਦੇਖੋ ਕਿ ਉੱਪਰਲੀ ਤਸਵੀਰ ਵਿੱਚ ਸਮਾਨ ਵਿਖੜਿਆ ਪਿਆ ਹੈ, ਜਦ ਕਿ ਥੱਲੇ ਤਸਵੀਰ ਵਿੱਚ ਬਿਲਕੁਲ ਸਿਸਟੇਮੈਟਿਕਲੀ ਸਮਾਨ ਲੱਗਾ ਹੋਇਆ ਹੈ। ਉਸ ਤੋਂ ਤੁਸੀਂ ਧਿਆਨ ਨਾਲ ਅੰਦਾਜ਼ਾ ਲਾਓ ਕਿ ਕਿਸ ਵਿੱਚ ਸਮਾਨ ਲੱਭਣਾ ਸੌਖਾ ਹੋਏਗਾ। ਉਦਾਹਰਨ ਦੇ ਤੌਰ ਦੇ ਉੱਤੇ ਆਪਾਂ ਉੱਪਰੋਂ ਕੋਈ ਚੀਜ਼ ਲੱਭਣੀ ਹੋਵੇ, ਕੜਛੀ ਲੱਭਣੀ ਹੋਵੇ, ਤਾਂ ਸਾਨੂੰ ਸਭ ਕੁਝ ਫੋਲਣਾ ਪਏਗਾ, ਲੇਕਿਨ ਨੀਚੇ ਪ੍ਰੋਪਰ ਜਗ੍ਹਾ ਦੇ ਉੱਤੇ ਸਿਸਟੇਮੈਟਿਕਲੀ ਵਸਤੂ ਰੱਖੀ ਹੋਈ ਆ, ਕੜਛੀ ਰੱਖੀ ਹੋਈ, ਅਸੀਂ ਚੱਕਾਂਗੇ ਅਤੇ ਉਸ ਦੀ ਵਰਤੋਂ ਕਰ ਲਵਾਂਗੇ। ਸੇਮ ਇਸੇ ਤਰ੍ਹਾਂ ਇੱਕ ਕਮਰੇ ਦੀ ਆਪਾਂ ਪਿਕਚਰ ਲਈ ਹੋਈ ਹੈ, ਉੱਪਰ ਅਤੇ ਨੀਚੇ। ਉੱਪਰ ਵਾਲੀ ਤਸਵੀਰ 'ਚ ਜੇ ਆਪਾਂ ਦੇਖਦੇ ਹਾਂ ਤਾਂ ਸਮਾਨ ਖਿਲ ਰਿਹਾ ਪਿਆ ਹੈ। ਕਿਤੇ ਰੁਮਾਲ ਕਿਤੇ ਹੈ, ਕਿਤੇ ਸਿਰਹਾਣਾ ਹੈ, ਕਿਤੇ ਤੌਲੀਆ ਹੈ, ਕਿਤੇ ਸਭ ਕੁਛ ਪੈਂਟ ਹੈ, ਕਿਤੇ ਸਭ ਕੁਝ ਖਿਲ ਰਿਹਾ ਪਿਆ ਹੈ, ਔਰ ਨੀਚੇ ਸਾਰਾ ਕੁਛ ਬੈੱਡ ਦੇਖੋ ਸਾਫ ਸੁਥਰਾ ਹੈ। ਅਤੇ ਇਸੇ ਤਰ੍ਹਾਂ ਇਸ ਵਿੱਚ ਸਮਾਨ ਲੱਭਣ ਦੀ ਕਿਸ ਵਿੱਚ ਪ੍ਰੋਬਲਮ ਆਏਗੀ ਤੁਸੀਂ ਗੌਰ ਕਰੋ ਤਾਂ ਤੁਹਾਨੂੰ ਪਤਾ ਲੱਗੇਗਾ। ਦੋਨਾਂ ਕੇਸਾਂ ਵਿੱਚ ਜੇਕਰ ਆਪਾਂ ਧਿਆਨ ਨਾਲ ਦੇਖਦੇ ਹਾਂ ਤਾਂ ਦੋਨਾਂ ਤਸਵੀਰਾਂ 'ਚ ਆਪਾਂ ਵਿਚਾਰ ਕਰਦੇ ਹਾਂ, ਜਿੱਥੇ ਸਮਾਨ ਖਿਲ ਰਿਹਾ ਹੈ ਉੱਥੇ ਸਮਾਨ ਲੱਭਣ 'ਚ ਕਠਿਨਾਈ ਹੋਵੇਗੀ, ਅਤੇ ਜਿੱਥੇ ਸਮਾਨ ਆਪਣੀ ਜਗ੍ਹਾ 'ਤੇ ਪ੍ਰੋਪਰ ਲੱਗਾ ਹੈ ਉੱਥੇ ਸਮਾਨ ਲੱਭਣ 'ਚ ਸਾਨੂੰ ਸੌਖ ਹੋਵੇਗੀ। ਅਸੀਂ ਆਸਾਨੀ ਨਾਲ ਉਹ ਸਮਾਨ ਲੱਭ ਲਵਾਂਗੇ। ਜਿਵੇਂ ਬੱਚਿਓ ਆਪਾਂ ਕਿਸੇ ਮੈਡੀਕਲ ਸਟੋਰ 'ਤੇ ਜਾਂਦੇ ਹਾਂ, ਅਸੀਂ ਦੇਖਦੇ ਹਾਂ ਕਿ ਕੈਮਿਸਟ ਕੋਲ ਲੱਖਾਂ ਹੀ ਹਜ਼ਾਰਾਂ ਹੀ ਦਵਾਈਆਂ ਲੱਗੀਆਂ ਹੋਈਆਂ ਹਨ। ਅਸੀਂ ਜਾ ਕੇ ਆਪਣੀ ਦਵਾਈ ਦੀ ਪਰਚੀ ਅੱਗੇ ਕਰਦੇ ਹਾਂ ਤਾਂ ਉਹ ਫਟ ਉਹ ਦਵਾਈ ਸਾਡੇ ਹੱਥਾਂ 'ਚ ਫੜਾ ਦਿੰਦਾ ਹੈ। ਅਸੀਂ ਹੈਰਾਨ ਹੁੰਦੇ ਹਾਂ ਕਿ ਇੰਨੀਆਂ ਹਜ਼ਾਰਾਂ ਦਵਾਈਆਂ ਦੇ ਵਿੱਚੋਂ ਉਸ ਨੇ ਆਸਾਨੀ ਨਾਲ ਕਿਵੇਂ ਦਵਾਈ ਲੱਭ ਲਈ। ਜੇਕਰ ਸਾਡੇ ਵਰਗਾ ਹੋਵੇ ਤਾਂ ਸਾਨੂੰ ਤਾਂ ਬਹੁਤ ਪ੍ਰੋਬਲਮ ਹੋਏਗੀ, ਕਿਉਂਕਿ ਅਸੀਂ ਉਸ ਨੂੰ ਸਿਸਟੇਮੈਟਿਕਲੀ ਨਹੀਂ ਰੱਖਿਆ ਹੁੰਦਾ। ਇਸੇ ਤਰ੍ਹਾਂ ਜੇ ਆਪਾਂ ਗੱਲ ਕਰੀਏ ਤਾਂ ਤੁਸੀਂ ਦੇਖ ਸਕਦੇ ਜੇ ਕਿ ਇਸੇ ਤਰ੍ਹਾਂ ਜੇਕਰ ਆਪਾਂ ਗੱਲ ਕਰਦੇ ਹਾਂ ਤਾਂ ਅਸੀਂ ਕਿਸੇ ਵੀ ਮਾਰਕੀਟ ਦੇ ਵਿੱਚ ਜਾਂਦੇ ਹਾਂ, ਦੁਕਾਨ 'ਤੇ ਜਾਂਦੇ ਹਾਂ, ਤਾਂ ਦੁਕਾਨਦਾਰ ਨੇ ਸਾਬਣ ਵਾਲੀਆਂ ਟਿੱਕੀਆਂ ਇੱਕ ਜਗ੍ਹਾ 'ਤੇ ਰੱਖੀਆਂ ਹੁੰਦੀਆਂ ਹਨ, ਅਤੇ ਇਸੇ ਤਰ੍ਹਾਂ ਖੰਡ ਅਤੇ ਪੱਤੀ ਉਹ ਇੱਕ ਜਗ੍ਹਾ ਦੇ ਉੱਤੇ ਰੱਖੀ ਹੁੰਦੀ ਹੈ, ਲੇਕਿਨ
ਉਹਨਾਂ ਨੂੰ ਆਪਸ ਵਿੱਚ ਮਿਕਸ ਨਹੀਂ ਕੀਤਾ ਹੁੰਦਾ, ਹਰ ਇੱਕ ਨੂੰ ਆਪਣੀ ਪ੍ਰੋਪਰ ਜਗ੍ਹਾ ਦੇ ਉੱਤੇ ਅਰੇਂਜਮੈਂਟ ਕੀਤਾ ਹੋਇਆ ਹੁੰਦਾ ਹੈ ਤਾਂ ਕਿ ਉਸ ਨੂੰ ਲੱਭਣ ਵਿੱਚ ਸੌਖ ਰਵੇ। ਹੁਣ ਅਸੀਂ ਗੱਲ ਕਰਦੇ ਹਾਂ ਤੱਤਾਂ ਦੇ ਵਰਗੀਕਰਨ ਦੀ ਸਟਾਰਟਿੰਗ। ਸੰਨ 1800 ਤੱਕ ਸਿਰਫ 30 ਤੱਤਾਂ ਦੀ ਹੀ ਜਾਣਕਾਰੀ ਸੀ ਬੱਚਿਓ। ਆਪਾਂ ਨੂੰ ਸਿਰਫ 30 ਹੀ ਐਲੀਮੈਂਟਾਂ ਬਾਰੇ ਜਾਣਕਾਰੀ ਸੀ, ਬਾਕੀ ਤੱਤਾਂ ਬਾਰੇ ਅਜੇ ਕੋਈ ਵੀ ਖੋਜ ਨਹੀਂ ਸੀ ਹੋਈ। ਇਸ ਵਾਸਤੇ ਸਾਰੇ ਤੱਤਾਂ ਬਾਰੇ ਵੱਖ ਵੱਖ ਵਿਸ਼ੇਸ਼ਤਾਵਾਂ ਦਾ ਸਾਨੂੰ ਨਹੀਂ ਸੀ ਪਤਾ। ਸਮੇਂ ਦੇ ਨਾਲ ਨਾਲ ਅਸੀਂ ਇੱਕ ਤੁਹਾਡੇ ਸਾਹਮਣੇ ਡਾਇਗਰਾਮ ਦੇਖ ਸਕਦੇ ਜੇ ਬੱਚੇ, ਉੱਪਰ ਬਣਾਇਆ ਹੋਇਆ 1718। 1718 ਵਿੱਚ ਸਿਰਫ 13 ਹੀ ਤੱਤਾਂ ਦੀ ਖੋਜ ਹੋਈ ਸੀ ਅਤੇ ਉਹਦੇ ਵਿੱਚ ਸਿਰਫ ਪੀਰੀਓਡਿਕ ਟੇਬਲ ਵਿੱਚ ਸਿਰਫ 11% ਦਾ ਆਵਰਤੀ ਸਾਰਣੀ ਸਾਡੀ ਜਿਹੜੀ ਆ ਉਹ ਬਣੀ ਸੀ। ਮਤਲਬ ਸਾਡੇ ਅਜੇ ਕਹਿ ਲਓ ਲਗਭਗ 89% ਜਿਹੜਾ ਸੀ ਉਹ ਪੀਰੀਓਡਿਕ ਟੇਬਲ ਬਣਨ ਵਾਲਾ ਸੀ। ਲੇਕਿਨ ਜਿਵੇਂ ਜਿਵੇਂ ਬੱਚੇ ਟਾਈਮ ਲੰਘਦਾ ਗਿਆ 1825 ਤੱਕ, ਜਿਸ ਨੂੰ ਆਪਾਂ ਤੱਤਾਂ ਦੇ ਵਰਗੀਕਰਨ ਦੀ ਸਟਾਰਟਿੰਗ ਕਹਿ ਸਕਦੇ ਹਾਂ, ਤਾਂ ਉਸ ਵੇਲੇ 53 ਐਲੀਮੈਂਟ ਖੋਜੇ ਜਾ ਚੁੱਕੇ ਸਨ, ਜਿਨ੍ਹਾਂ ਵਿੱਚ ਹਾਈਡਰੋਜਨ ਪਹਿਲੇ ਨੰਬਰ 'ਤੇ ਸੀ। ਤੁਸੀਂ ਦੇਖ ਸਕਦੇ ਜੇ ਲੀਥੀਅਮ, ਬਰੀਲੀਅਮ, ਮੈਗਨੀਸ਼ੀਅਮ, ਕੈਲਸ਼ੀਅਮ, ਸੋਡੀਅਮ, ਪੋਟਾਸ਼ੀਅਮ, ਸਟ੍ਰੇਡੀਅਮ, ਬੇਰੀਅਮ, ਬੋਰੋਨ, ਕਾਰਬਨ, ਨਾਈਟ੍ਰੋਜਨ, ਆਕਸੀਜਨ, ਅਲਮੀਨੀਅਮ, ਸਿਲੀਕੋਨ, ਫਾਸਫੋਰਸ, ਸਲਫਰ, ਕੁਲਰੀਨ। ਹਾਂਜੀ, ਇਹ ਕੁਛ ਤੱਤ ਨੇ ਮੈਂ ਬੋਲੇ ਜਿਹੜੇ। ਇਸ ਤਰ੍ਹਾਂ ਦੇ 53 ਤੱਤ ਲਗਭਗ 45%, ਲਗਭਗ ਹਾਫ ਡਨ ਹੋ ਚੁੱਕਾ ਸੀ। ਹਾਫ ਤੱਤਾਂ ਦੀ ਖੋਜ ਹੋ ਚੁੱਕੀ ਸੀ, ਜਿੰਨੀ ਕਿ ਅਸੀਂ ਚਾਹੁੰਦੇ ਸੀ। ਪੀਰੀਓਡਿਕ ਟੇਬਲ ਬਣ ਚੁੱਕਾ ਸੀ, ਲੇਕਿਨ ਅਜੇ ਹੋਰ ਹਾਫ ਲੱਭਣੇ ਵਾਲੇ ਬਾਕੀ ਸਨ। ਹੁਣ ਇੰਨੇ ਤੱਤਾਂ ਬਾਰੇ ਸਾਰਿਆਂ ਨੂੰ ਸਹੀ ਤਰੀਕੇ ਨਾਲ ਅਰੇਂਜਮੈਂਟ ਕਰਨਾ ਬਹੁਤ ਜ਼ਰੂਰੀ ਸੀ, ਸਮੇਂ ਦੀ ਮੰਗ ਸੀ, ਕਿਉਂਕਿ ਅਸੀਂ ਉਹਨਾਂ ਦੇ ਤੱਤਾਂ ਦੇ ਹਿਸਾਬ ਦੇ ਨਾਲ ਨਾਲ ਉਹਨਾਂ ਨੂੰ ਤਰਤੀਬ 'ਚ ਵੰਡਣਾ ਸੀ। ਸਭ ਤੋਂ ਵੱਡੀ ਜਿਹੜੀ ਪ੍ਰੋਬਲਮ ਜਿਹੜੀ ਸਭ ਤੋਂ ਵੱਡੀ ਕਠਿਨਾਈ ਸਾਹਮਣੇ ਆਈ ਕਿ ਤੱਤਾਂ ਨੂੰ ਉਹਨਾਂ ਦੇ ਮਿਲਦੇ ਹੋਏ ਗੁਣਾਂ ਦੇ ਆਧਾਰ 'ਤੇ ਹੀ ਉਹਨਾਂ ਨੂੰ ਗਰੁੱਪਾਂ ਵਿੱਚ ਕਰਨਾ ਸੀ। ਹੁਣ ਕਿਹੜੇ ਗੁਣ ਜਿਹੜੇ ਆ ਉਹਨਾਂ ਦੇ ਆਧਾਰ 'ਤੇ ਉਹਨਾਂ ਨੂੰ ਇਕੱਠਾ ਕੀਤਾ ਜਾ ਸਕੇ, ਜਿਹੜੇ ਕਿ ਉਹਨਾਂ ਦੇ ਆਵਰਤੀ ਫੰਨਲ ਹੋਣ, ਜਿਹੜੇ ਕਿ ਉਹਨਾਂ ਦੇ ਪੀਰੀਓਡਿਕ ਫੰਕਸ਼ਨ ਹੋਣ। ਹੁਣ ਇਹੀ ਵਿਚਾਰ ਕੀਤਾ ਗਿਆ ਔਰ ਇਸੇ ਤਰ੍ਹਾਂ ਚੱਲਦਿਆਂ ਹੋਇਆਂ ਤੁਸੀਂ ਦੇਖ ਸਕਦੇ ਜੇ ਬੱਚਿਓ ਕਿ ਇਸੇ ਤਰ੍ਹਾਂ ਅਸੀਂ ਚੱਲਦੇ ਹੋਇਆਂ ਵਿਗਿਆਨੀਆਂ ਨੂੰ ਸਮੇਂ-ਸਮੇਂ ਤੱਤਾਂ ਦੇ ਗੁਣਾਂ ਦੀ ਵੱਧ ਤੋਂ ਵੱਧ ਜਾਣਕਾਰੀ ਪ੍ਰਾਪਤ ਕਰਨੀ ਪਈ ਅਤੇ ਉਹਨਾਂ ਨੂੰ ਫਿਰ ਕ੍ਰਮਵਾਰ ਆਰਗੇਨਾਈਜ਼ ਸਿਸਟਮੈਟਿਕਲੀ ਕਰਨਾ ਪਿਆ। ਵਿਗਿਆਨੀਆਂ ਨੇ ਇਹਨਾਂ ਤੱਤਾਂ ਦੇ ਗੁਣਾਂ ਵਿੱਚ ਅਜਿਹਾ ਪ੍ਰਤੀਰੂਪ ਲੱਭਣਾ ਸ਼ੁਰੂ ਕੀਤਾ ਜਿਸ ਦੇ ਆਧਾਰ 'ਤੇ ਮੁੱਖ ਰੱਖ ਕੇ ਤੱਤਾਂ ਨੂੰ ਵੱਡੀ ਗਿਣਤੀ ਵਿੱਚ ਅਧਿਐਨ ਕਰਨਾ ਸੌਖਾ ਹੋ ਸਕੇ। ਹਾਂ ਬੱਚਿਓ, ਦੇਖੋ ਜਿਸ ਤਰ੍ਹਾਂ ਮੈਡੀਕਲ ਸਟੋਰ 'ਤੇ ਜਾ ਕੇ ਉਹਨਾਂ ਨੂੰ ਅਲਫਾਬੈਟਿਕਲੀ ਦਵਾਈਆਂ ਨੂੰ ਲਿਖਾਇਆ ਹੁੰਦਾ ਹੈ ਅਤੇ ਏ ਵਾਲੀ ਵੱਖਰੀ, ਬੀ ਵਾਲੀ ਵੱਖਰੀ। ਅਤੇ ਜਦੋਂ ਆਪਾਂ ਕੋਈ ਵੀ ਦਵਾਈ ਜਾ ਕੇ ਜਿਸ ਤਰ੍ਹਾਂ ਮੌਕਸਲੀਨ ਦਾ ਕੈਪਸੂਲ ਮੰਗਦੇ ਹਾਂ ਤਾਂ ਉਹ ਏ ਵਾਲੇ ਡੱਬੇ ਵਿੱਚ ਜਾਏਗਾ ਔਰ ਉੱਥੇ ਐਂਟੀਬਾਇਓਟਿਕ ਵਿੱਚ ਵੇਖੇਗਾ ਅਤੇ ਉਸ ਨੂੰ ਲੱਭਣਾ ਸੌਖਾ ਹੋ ਜਾਏਗਾ। ਇਸੇ ਤਰ੍ਹਾਂ ਤੱਤਾਂ ਨੂੰ ਉਹਨਾਂ ਦੇ ਭੌਤਿਕ ਗੁਣਾਂ ਦੇ ਆਧਾਰ ਦੇ ਉੱਤੇ ਉਹਨਾਂ ਨੂੰ ਵੱਖ ਕੀਤਾ ਗਿਆ। ਹੁਣ ਬੱਚਿਓ ਸਮੇਂ ਦੇ ਨਾਲ ਨਾਲ ਇਸ ਵਰਗੀਕਰਨ ਦੀ ਬਹੁਤ ਲੋੜ ਪਈ। ਤੁਸੀਂ ਜਾਣਦੇ ਜੇ ਬੱਚਿਓ ਕਿ ਹੁਣ ਤੱਕ ਕਿੰਨੇ ਤੱਤਾਂ ਨੂੰ ਲੱਭਿਆ ਜਾ ਚੁੱਕਾ ਹੈ, ਖੋਜਿਆ ਜਾ ਚੁੱਕਾ ਹੈ? ਕੀ ਤੁਸੀਂ ਗੈਸ ਕਰ ਸਕਦੇ ਹੋ? ਹਾਂ ਬੱਚਿਓ, ਅੱਜ ਤੱਕ 116 ਤੱਤਾਂ ਦੀ ਖੋਜ ਹੋ ਚੁੱਕੀ ਹੈ ਔਰ ਇਸ ਨੂੰ ਮਾਡਰਨ ਪੀਰੀਓਡਿਕ ਟੇਬਲ ਦੇ ਵਿੱਚ ਬੜੇ ਬਖੂਬੀ ਤਰੀਕੇ ਨਾਲ ਲਗਾਇਆ ਜਾ ਚੁੱਕਾ ਹੈ। ਇਸੇ ਲਈ ਵਰਗੀਕਰਨ ਦੀ ਲੋੜ ਪਈ ਅਤੇ ਵਿਗਿਆਨੀ ਤੱਤਾਂ ਨੂੰ ਉਹਨਾਂ ਗੁਣਾਂ ਦੇ ਆਧਾਰ 'ਤੇ ਵਰਗੀਕਰਨ ਕਲਾਸੀਫਿਕੇਸ਼ਨ ਕੀਤੀ ਔਰ ਇਸੇ ਹੀ ਕਲਾਸੀਫਿਕੇਸ਼ਨ ਕਰਕੇ ਹੀ ਪਿਆਰੇ ਵਿਦਿਆਰਥੀ ਤੁਸੀਂ ਦੇਖ ਸਕਦੇ ਹੋ ਸਮੇਂ ਤੇ ਤੱਤਾਂ ਦੇ ਨਾਲ ਨਾਲ ਉਹ ਜਾਣਕਾਰੀ ਪ੍ਰਾਪਤ ਕੀਤੀ ਗਈ ਅਤੇ ਅੱਜ ਦੀ ਆਧੁਨਿਕ ਆਵਰਤੀ ਸਾਰਣੀ ਦਾ ਸਾਡੇ ਸਾਹਮਣੇ ਸੁਧਰਿਆ ਹੋਇਆ ਰੂਪ ਪ੍ਰਾਪਤ ਹੋਇਆ, ਜਿਸ ਨੂੰ ਅਸੀਂ ਮਾਡਰਨ ਪੀਰੀਓਡਿਕ ਟੇਬਲ ਦੇ ਨਾਂ ਨਾਲ ਜਾਣਦੇ ਹਾਂ। ਮੈਂ ਇਸ ਲਈ ਇਸ ਨੂੰ ਬਣਾਇਆ ਸੀ ਬੱਚਿਓ। ਤੁਸੀਂ ਇਹ ਦੇਖੋ 118 ਤੱਤਾਂ ਬਾਰੇ ਜਾਣਕਾਰੀ ਇਸ ਐਲੀਮੈਂਟ ਪੀਰੀਓਡਿਕ ਟੇਬਲ ਦੇ ਵਿੱਚ ਹੈ ਜੇ। ਅਸੀਂ ਪਹਿਲੇ 2 ਕਾਲਮਸ ਦੀ ਗੱਲ ਕਰੀਏ, ਤੁਸੀਂ ਦੇਖ ਸਕਦੇ ਜੇ ਕਿ ਇਹ ਜਿਹੜਾ ਵਾ ਉਹ ਰੋਜ਼ ਦੇ ਵਿੱਚ 7 ਰੋਜ਼ ਜੇ, ਫਸਟ ਤੋਂ ਲੈ ਕੇ 7 ਤੱਕ, ਹਾਈਡਰੋਜਨ ਲੈ ਕੇ ਫ੍ਰੈਂਕੀਅਮ ਤੱਕ 7 ਜਿਹੜੇ ਹੈਗੇ ਨੇ ਰੋਜ਼ ਦੇ ਨੇ ਔਰ ਇਸ ਨੂੰ 18 ਗਰੁੱਪ ਬਣਾਏ ਗਏ ਨੇ। 2 ਐਸ ਦੇ ਗਰੁੱਪ ਤੁਸੀਂ ਦੇਖ ਸਕਦੇ ਜੇ, ਪਹਿਲੇ 2, ਫਿਰ ਆਪਣਾ ਇਸ ਤੋਂ ਬਾਅਦ ਜਿਨ੍ਹਾਂ ਨੂੰ ਆਪਾਂ ਅਲਕਲੀ ਮੈਟਲ, ਅਲਕਲਾਈਨ ਅਰਥ ਮੈਟਲ ਬੋਲਦੇ ਹਾਂ। ਉਸ ਤੋਂ ਬਾਅਦ ਡੀ ਬਲੋਕ ਆ ਗਏ ਬੱਚੇ, ਇਹ ਤੁਸੀਂ ਦੇਖ ਸਕਦੇ ਜੇ ਸਕੈਂਡੀਅਮ ਤੋਂ ਸ਼ੁਰੂ ਹੋਇਆ
ਅਤੇ ਜ਼ਿੰਕ ਤੱਕ ਹੈ। ਇਹ ਸਾਡੇ 10 ਹੋ ਗਏ ਡੀ ਬਲੋਕ ਐਲੀਮੈਂਟਸ, 2 ਐਸ ਬਲੋਕ ਹੋ ਗਏ, ਟੋਟਲ ਹੋ ਗਏ 12 ਤੇ 6 ਆਪਣੇ ਕੋਲ ਬੱਚੇ ਬੋਰੋਨ ਤੋਂ ਸ਼ੁਰੂ ਹੁੰਦੇ ਜੇ, ਨਿਓਨ ਤੱਕ ਜਾਂਦੇ ਜੇ। 6 ਸਾਡੇ ਕੋਲ ਗਰੁੱਪ ਹੋ ਗਏ ਪੀ ਬਲੋਕ ਦੇ, ਜਿਨ੍ਹਾਂ ਨੂੰ ਰਿਪਰੈਜ਼ੈਂਟ ਐਲੀਮੈਂਟਸ ਕਹਿੰਦੇ ਹਾਂ। ਇਸ ਤਰ੍ਹਾਂ ਟੋਟਲ ਬੱਚੇ ਆਪਾਂ ਜੇਕਰ ਗੌਰ ਕਰੀਏ ਤਾਂ 18 ਸਾਡੇ ਕੋਲ ਗਰੁੱਪ ਹੋ ਗਏ ਨੇ ਅਤੇ 7 ਸਾਡੇ ਕੋਲ 1 2 3 4 5 6 7 ਸਾਡੇ ਕੋਲ ਉਹਨਾਂ ਦੇ ਰੋਜ਼ ਹੋ ਗਈਆਂ, ਕਾਲਮ ਹੋ ਗਏ ਅਤੇ ਇਹਨਾਂ ਨੂੰ ਅਸੀਂ ਇਸ ਹਿਸਾਬ ਦੇ ਨਾਲ ਅਸੀਂ ਅਰੇਂਜ ਕੀਤਾ। ਤੁਸੀਂ ਦੇਖ ਸਕਦੇ ਜੇ ਬੱਚੇ ਕਿ ਇਹ ਜਿਹੜਾ ਪਹਿਲੇ ਜਿਹੜਾ ਰੋ ਦੇ ਵਿੱਚ ਪਹਿਲੇ ਪੀਰੀਅਡ ਵਿੱਚ 7 ਪੀਰੀਅਡ ਹੋ ਗਏ ਨਾ ਆਪਣੇ ਕੋਲ। ਤਾਂ ਪਹਿਲੇ ਜਿਸ ਤਰ੍ਹਾਂ ਸਕੂਲ ਦੇ ਵਿੱਚ ਪੀਰੀਅਡ ਲੱਗਦੇ ਇਸੇ ਤਰ੍ਹਾਂ ਇਹਨਾਂ ਨੇ ਪੀਰੀਅਡ ਬਣਾ ਲਏ ਆਪਾਂ। ਪਹਿਲੇ ਪੀਰੀਅਡ ਵਿੱਚ ਬੱਚਿਓ ਤੁਸੀਂ ਦੇਖ ਸਕਦੇ ਜੇ 2 ਆਉਂਦੇ ਆ, ਇਹੀ ਮੈਜਿਕ ਨੰਬਰ ਸੀ 2 8 8। ਦੂਜੇ ਵਿੱਚ 8, ਤੀਜੇ ਵਿੱਚ 8 ਐਲੀਮੈਂਟ, ਪਹਿਲੇ ਵਿੱਚ 2 ਹਾਈਡਰੋਜਨ ਤੇ ਹੀਲੀਅਮ, ਦੂਜੇ ਵਿੱਚ 8 ਲੀਥੀਅਮ ਤੋਂ ਲੈ ਕੇ ਨਿਓਨ ਤੱਕ, ਸੋਡੀਅਮ ਤੋਂ ਲੈ ਕੇ ਆਰਗਨ ਤੱਕ, 8 8 ਆ ਗਏ, ਫਿਰ 18 18, ਫਿਰ 32 32 ਆਉਣਗੇ। ਇਹ ਸੀ ਆਪਣੇ ਇਸ ਆਧਾਰ 'ਤੇ ਅਸੀਂ ਇਹਨਾਂ ਨੂੰ 118 ਐਲੀਮੈਂਟਸ ਨੂੰ ਲਗਾਇਆ। ਵਿਦਿਆਰਥੀਓ ਅਸੀਂ ਇਸ ਬਾਰੇ ਬਹੁਤ ਸਾਰਾ ਵਿਗਿਆਨੀਆਂ ਨੇ ਯੋਗਦਾਨ ਦਿੱਤਾ। ਆਪਾਂ ਸਟਾਰਟ ਕਰਦੇ ਹਾਂ ਇਸ ਪੀਰੀਓਡਿਕ ਟੇਬਲ ਦੀ ਬਣਦੀ ਕਹਾਣੀ, ਇਹਦੀ ਸਟੋਰੀ ਦੀ ਅੱਜ ਆਪਾਂ ਜੀ ਸ਼ੁਰੂਆਤ ਕਰਦੇ ਹਾਂ ਡਾਰਵਿਨਰ ਤੋਂ। ਡਾਰਵਿਨਰ ਪਹਿਲਾ ਵਿਗਿਆਨੀ ਸੀ ਜਿਸ ਨੇ ਇਸ ਬਾਰੇ ਖੋਜਿਆ ਅਤੇ ਪਤਾ ਲਗਾਇਆ ਕਿ ਡਾਰਵਿਨਰ ਨੇ ਪੀਰੀਓਡਿਕ ਟੇਬਲ ਬਣਾਉਣ ਦਾ ਸਿਹਰਾ ਉਸਦੇ ਸਿਰ ਜਾਂਦਾ ਹੈ। ਅਸੀਂ ਜੇਕਰ ਡਾਰਵਿਨਰ ਦੀ ਤਿੱਕੜੀ ਦੀ ਗੱਲ ਕਰੀਏ ਤਾਂ ਡਾਰਵਿਨਰ ਨੇ ਇੱਕ ਤਿੱਕੜੀ ਬਣਾਈ। ਤਿੱਕੜੀ ਤੁਸੀਂ ਜਾਣਦੇ ਜੇ, ਤਿੱਕੜੀ ਦਾ ਮਤਲਬ ਹੁੰਦਾ ਤਿੰਨ ਤੱਤਾਂ ਤੋਂ ਲਿਆ ਗਿਆ, ਟਰਾਈਏਡਸ। ਡਾਰਵਿਨਰ ਟਰਾਈਏਡਸ ਦਾ ਮੀਨਿੰਗ 3 ਤਿੱਕੜੀਆਂ ਦਾ ਸੀ ਔਰ ਇਹ 3 ਤਿੱਕੜੀਆਂ ਤੁਸੀਂ ਦੇਖ ਸਕਦੇ ਜੇ ਬੱਚਿਓ ਤੁਹਾਡੇ ਸਾਹਮਣੇ ਨੇ। ਔਰ ਇਹਦੇ ਵਿੱਚ 3 ਐਲੀਮੈਂਟਾਂ ਨੂੰ ਲਿਆ। ਉਸ ਤੋਂ ਪਹਿਲਾਂ ਆਪਾਂ ਉਸ ਦੀ ਬਰੀਫ ਹਿਸਟਰੀ ਬਾਰੇ ਗੱਲ ਕਰ ਦਈਏ। ਜੌਨ ਵੁਲਫਗਾਰਡ ਡਾਰਵਿਨਰ 1780 ਤੋਂ ਲੈ ਕੇ 1849, ਇਹਨਾਂ ਦਾ ਜਨਮ ਕਾਲ ਤੋਂ ਲੈ ਕੇ ਮੌਤ ਤੱਕ ਦਾ ਵੇਰਵਾ ਜੇ। ਜੌਨ ਵੁਲਫਗਾਰਡ ਡਾਰਵਿਨਰ ਜਰਮਨੀ ਦੇ ਮਿਊਸਬਰਗ ਵਿੱਚ ਪੈਦਾ ਹੋਏ ਸਨ। ਫਾਰਮੇਸੀ ਦੀ ਪੜ੍ਹਾਈ ਕੀਤੀ, ਉਸ ਤੋਂ ਮਗਰੋਂ ਸਟੈਰਬਰਗ ਵਿੱਚ ਰਸਾਇਣਕ ਵਿਗਿਆਨ ਦਾ ਅਧਿਐਨ ਕੀਤਾ। ਫਿਰ ਉਹ ਜੀਨਾ ਵਿਸ਼ਵ ਯੂਨੀਵਰਸਿਟੀ ਦੇ ਵਿੱਚ ਰਸਾਇਣਕ ਵਿਗਿਆਨ ਅਤੇ ਫਾਰਮੇਸੀ ਦੇ ਪ੍ਰੋਫੈਸਰ ਬਣ ਗਏ। ਉਹਨਾਂ ਨੂੰ ਸਭ ਤੋਂ ਪਹਿਲਾਂ ਪਲਾਟੀਨਮ ਦੇ ਉਤਪ੍ਰੇਰਕ ਵਜੋਂ ਪਹਿਚਾਣ ਬਣਾਈ ਅਤੇ ਉਹਨਾਂ ਨੂੰ ਇਸ ਤਿੱਕੜੀ ਦੀ ਖੋਜ ਕਰਕੇ ਅਵਾਰਡ ਵੀ ਮਿਲਿਆ, ਜਿਸ ਨੂੰ ਅਸੀਂ ਅਵਾਰਡ ਦੀ ਸਾਰਣੀ ਵਿੱਚ ਪੜ੍ਹਾਂਗੇ। ਡਾਰਵਿਨਰ ਤਿੱਕੜੀ ਦੀ ਸ਼ੁਰੂਆਤ ਕਰੀਏ। ਡਾਰਵਿਨਰ ਦੇ ਟਰਾਈਏਡਸ ਵਿੱਚ ਤੱਤਾਂ ਦੀ ਭੌਤਿਕ ਵਿਸ਼ੇਸ਼ਤਾ ਦੁਆਰਾ ਕੁਝ ਲੌਜੀਕਲ ਕਰਮ ਨੂੰ ਕਰਮਬੱਧ ਕਰਨ ਦੀ ਇੱਕ ਸ਼ੁਰੂਆਤ ਕੀਤੀ ਗਈ ਸੀ। ਉਸ ਤੋਂ ਦੇਖਦਾ ਹੈ ਕਿ ਜੇ ਆਪਾਂ ਅਲਕਲਾਈਨ ਅਰਥ ਮੈਟਲ ਦੀ ਗੱਲ ਕਰੀਏ, ਸਟ੍ਰੈਂਟੀਅਮ ਦੀ ਵਿਸ਼ੇਸ਼ਤਾ ਹੁੰਦੀ ਸੀ ਕਿ ਉਹ ਕੈਲਸ਼ੀਅਮ ਅਤੇ ਬੇਰੀਅਮ ਦੇ ਵਿਚਕਾਰ ਸੀ ਅਤੇ ਉਹਦੇ ਗੁਣ ਉਹਨਾਂ ਨਾਲ ਮਿਲਦੇ ਸਨ। ਇਸੇ ਤਰ੍ਹਾਂ ਡਾਰਵਿਨਰ ਨੇ 3 ਤੱਤਾਂ ਦਾ ਇੱਕ ਹੋਰ ਸਮੂਹ ਲੱਭੇ ਜਿਨ੍ਹਾਂ ਨੂੰ ਟਰਾਈਏਡ ਦੇ ਨਾਲ ਜਾਣਿਆ ਜਾਂਦਾ ਸੀ, ਜਿਨ੍ਹਾਂ ਦੇ ਭੌਤਿਕ ਗੁਣ ਵੀ ਇਸੇ ਤਰ੍ਹਾਂ ਇਸ ਨਾਲ ਸੰਬੰਧਿਤ ਸਨ। ਹੁਣ ਆਪਾਂ ਬੱਚਿਓ ਡਾਰਵਿਨਰ ਦੀ ਗੱਲ ਕਰੀਏ ਤਾਂ ਉਹਦੀਆਂ 3 ਟਰੇਡਾਂ ਬਣਾਈਆਂ, 3 ਤਿੱਕੜੀਆਂ ਬਣਾਈਆਂ ਜਿਨ੍ਹਾਂ ਬਾਰੇ ਆਪਾਂ ਪੜ੍ਹਾਂਗੇ। ਟਰਾਈਬਲ ਨੇ ਇੱਕ ਰੁਝਾਨ ਨੂੰ ਬਣਾਇਆ ਜਿਸ ਨਾਲ ਤਿੱਕੜੀ ਦੇ ਮੱਧ ਦਾ ਮੁੱਲ ਬਾਕੀ 2 ਤੱਤਾਂ ਦੇ ਬਿਲਕੁਲ ਮੱਧਮਾਨ ਦੇ ਲਗਭਗ ਮੱਧਮਾਨ ਦੇ ਸਮਾਨ ਹੁੰਦਾ ਸੀ। ਕਹਿਣ ਤੋਂ ਭਾਵ ਜੇਕਰ ਡਾਰਵਿਨਰ ਦੀ ਆਪਾਂ ਤਿੱਕੜੀ ਦੀ ਗੱਲ ਕਰੀਏ ਤਾਂ ਆਪਣੇ ਸਾਹਮਣੇ ਅਲਕਲੀ ਅਤੇ ਸਾਲਟ। ਆਪਾਂ ਪਹਿਲਾਂ ਅਲਕਲੀ ਫਾਰਮਰ ਦੀ ਗੱਲ ਕਰੀਏ, ਸਾਡੇ ਸਾਹਮਣੇ ਇਹ ਅਲਕਲੀਸ ਫਾਰਮਰਸ ਹੈਗੇ ਨੇ। ਲੀਥੀਅਮ ਦੀ ਗੱਲ ਕਰੀਏ ਤਾਂ ਲੀਥੀਅਮ ਦੇ ਵਿੱਚ ਆਪਾਂ ਦੇਖਿਆ ਕਿ ਇਹਦੇ ਵਿੱਚ ਲੀਥੀਅਮ ਦਾ ਐਟੋਮਿਕ ਮਾਸ 7 ਸੀ, ਪਰਮਾਣੂ ਪੁੰਜ 7 ਸੀ। ਪੋਟਾਸ਼ੀਅਮ ਦਾ 39 ਸੀ। ਆਪਾਂ ਇਹਦਾ ਮੀਨ ਕੱਢ ਲਿਆ ਬੱਚੇ ਤਾਂ ਇਹ ਆ ਗਿਆ 7 × 39 46/2 23, ਜਿਹੜਾ ਕਿ ਸੋਡੀਅਮ ਵਿਚਕਾਰ ਵਾਲਾ ਮਿਡਲ ਵਾਲਾ ਸੋਡੀਅਮ ਦੇ ਪਰਮਾਣੂ ਪੁੰਜ ਦੇ ਬਰਾਬਰ ਸੀ। ਮੀਨਿੰਗ ਕਹਿਣ ਦਾ ਭਾਵ ਫਸਟ ਅਤੇ ਲਾਸਟ ਤਿੱਕੜੀ ਦੇ ਵਿੱਚ ਪਹਿਲੇ ਅਤੇ ਤੀਸਰੇ ਤੱਤਾਂ ਦਾ ਮੀਨ ਐਵਰੇਜ ਮੀਨ ਕੱਢਿਆ ਜਾਵੇ ਤਾਂ ਉਹ ਲਗਭਗ ਜਾਂ ਬਿਲਕੁਲ ਵਿਚਕਾਰ ਵਾਲੇ ਦੇ ਬਰਾਬਰ ਸੀ। ਇਸ ਕੇਸ ਤੁਸੀਂ ਦੇਖ ਸਕਦੇ ਬਿਲਕੁਲ ਹੀ ਬਰਾਬਰ ਸੀ, 23/23, ਮਤਲਬ ਵਿਚਕਾਰ ਵਾਲੇ ਦਾ ਮੀਨ ਬਾਕੀ ਦੋਵਾਂ ਦੇ ਵਿਚਕਾਰ ਵਾਲੇ ਦਾ ਪਰਮਾਣੂ ਪੁੰਜ ਦੂਜਿਆਂ ਦੇ ਦੋਵਾਂ ਦੇ ਮੀਨ ਦੇ ਬਰਾਬਰ ਆ ਗਿਆ। ਇਸ ਤਰ੍ਹਾਂ ਆਪਾਂ ਕਲੋਰੀਨ ਦੀ ਗੱਲ ਕਰੀਏ, ਕਲੋਰੀਨ ਦਾ ਪਰਮਾਣੂ ਪੁੰਜ 35.5, ਆਇਓਡੀਨ ਦਾ 127, ਦੋਨਾਂ ਦਾ ਮੀਨ ਕੱਢਿਆ ਜਾਵੇ
ਤੁਸੀਂ ਦੇਖ ਸਕਦੇ ਜੇ 35.5 ਮੈਂ 127 ਦਾ ਹਾਫ ਕੀਤਾ ਤਾਂ 81.5 ਜਿਹੜਾ ਕਿ ਲਗਭਗ ਬਰਾਬਰ ਆ ਗਿਆ, ਅਪਰੋਕਸੀਮੇਟਲੀ ਇਕੁਅਲ ਆ ਗਿਆ ਬਰੋਮੀਨ ਦੇ 80 ਦੇ ਲਾਗੇ। ਇਸ ਤਰ੍ਹਾਂ ਇਹ ਤਿੱਕੜੀ ਦਾ ਨਿਯਮ ਇਸ 'ਤੇ ਅਪਲਾਈ ਹੋ ਗਿਆ, ਕਿਉਂਕਿ ਤਿੱਕੜੀ ਦਾ ਨਿਯਮ ਦੇ ਅਨੁਸਾਰ ਮਿਡਲ ਵਾਲਾ ਜਿਹੜਾ ਹੈਗਾ ਤੱਤ ਹੈ ਬਾਕੀ ਦੋ ਤੱਤਾਂ ਦੇ ਮੱਧਮਾਨ ਜਾਂ ਲਗਭਗ ਮੱਧਮਾਨ ਦੇ ਬਰਾਬਰ ਹੁੰਦਾ ਹੈ। ਇਸ ਦੀਆਂ ਕੁਝ ਬੱਚੇ ਜਿੱਥੇ ਕੁਝ ਖੂਬੀਆਂ ਸਨ ਕਿ ਪਹਿਲੀ ਕੋਸ਼ਿਸ਼ ਸੀ ਔਰ ਬੜੀ ਸਫਲ ਕੋਸ਼ਿਸ਼ ਸੀ। ਇਹਦੇ ਨਾਲ ਆਪਾਂ 3 ਤਿੱਕੜੀਆਂ ਬਣਾਈਆਂ ਸੀ, ਆਪਾਂ ਜਾਣਦੇ ਹਾਂ, ਤੁਸੀਂ ਪੜ੍ਹ ਵੀ ਲਈਆਂ ਹਨ 3 ਤਿੱਕੜੀਆਂ ਬਾਰੇ। 3 ਤਿੱਕੜੀਆਂ ਬਣਾਈਆਂ ਸੀ, 9 ਐਲੀਮੈਂਟਸ ਨੂੰ ਉਹਨੇ ਅਰੇਂਜ ਕਰ ਲਿਆ ਸੀ ਔਰ ਪਹਿਲੀ ਸਫਲ ਸੀ, ਬੜੀ ਸਫਲ ਰਹੀ। ਪਰ ਇਸ ਦੀਆਂ ਕੁਝ ਕਮੀਆਂ ਸਨ, ਡਰਾਬੈਕ ਸਨ। ਉਸ ਕਮੀਆਂ ਬਾਰੇ ਅੱਜ ਆਪਾਂ ਪੜ੍ਹਾਂਗੇ। ਡਾਬੀਅਰ ਸਿਰਫ 3 ਹੀ ਟਰਾਇਡਾਂ ਦੀ 3 ਹੀ ਤਿੱਕੜੀਆਂ ਬਣਾ ਸਕਿਆ, ਕਿਉਂਕਿ ਬਹੁਤ ਬਾਰੇ ਉਸ ਦੀ ਜਿਹੜੀ ਤਿੱਕੜੀਆਂ ਦੀ ਗਿਣਤੀ ਨਹੀਂ ਵਧਾ ਸਕਿਆ, ਇਸ ਲਈ ਉਹ ਇਹਦੀ ਪਹਿਲੀ ਕਮੀ ਸੀ। ਸਾਰੇ ਜਾਣੇ ਪਛਾਣੇ ਤੱਤਾਂ ਦੇ ਟਰਾਈਡਸ ਵਿੱਚ ਪ੍ਰਬੰਧ ਨਹੀਂ ਕੀਤੇ ਜਾ ਸਕਦੇ। ਉਸ ਤੋਂ ਇਲਾਵਾ ਉਹਨੇ ਬਾਕੀਆਂ ਦੀ ਵੀ ਕੋਸ਼ਿਸ਼ ਕੀਤੀ, ਲੇਕਿਨ ਉਹਦੇ ਕੋਲ ਇਹ ਸੰਬੰਧ ਟਰਾਈਡਸ ਨਹੀਂ ਬਣੀਆਂ। ਤੀਜਾ ਜਿਹੜਾ ਉਹ ਇਹ ਸੀ ਕਿ ਉਹ ਬਹੁਤ ਘੱਟ ਜਨਤਕ ਜਾਂ ਬਹੁਤ ਜ਼ਿਆਦਾ ਪੁੰਜ ਵਾਲੇ ਤੱਤਾਂ ਲਈ ਕਾਨੂੰਨ ਵਧੀਆ ਨਹੀਂ ਸੀ। ਹੁਣ ਫਲੋਰੀਨ, ਕਲੋਰੀਨ, ਬਰੋਮੀਨ ਦੀ ਉਦਾਹਰਨ ਉਹਨੇ ਦਿੱਤੀ ਹੋਈ ਹੈ, ਇਹਨਾਂ ਦੇ ਉੱਤੇ ਇਹ ਨਿਯਮ ਨਹੀਂ ਲੱਗਦਾ। ਬੱਚੇ ਆਪਾਂ ਪੜ੍ਹਿਆ ਹੀ ਹੈ, ਆਇਓਡੀਨ, ਸੋਡੀਅਮ ਕਲੋਰੀਨ, ਆਇਓਡੀਨ ਆਪਾਂ ਪੜ੍ਹਿਆ ਹੀ ਹੋਇਆ, ਸਾਰਿਆਂ 'ਤੇ ਲੱਗਦਾ ਸੀ। ਲੇਕਿਨ ਕਲੋਰੀਨ, ਬਰੋਮੀਨ, ਆਇਓਡੀਨ ਦੇ ਵਿੱਚ ਲੱਗਾ, ਲੇਕਿਨ ਫਲੋਰੀਨ, ਕਲੋਰੀਨ, ਬਰੋਮੀਨ ਦੇ ਵਿੱਚ ਇਹ ਨਿਯਮ ਨਹੀਂ ਲੱਗਦਾ। ਇਸ ਕਰਕੇ ਇਹ ਦੀ ਕਮੀ ਰਹੀ। ਅਸੀਂ ਇਸ ਕਮੀ ਨੂੰ ਧਿਆਨ ਵਿੱਚ ਰੱਖਦੇ ਹੋਇਆਂ ਵਿਗਿਆਨੀ ਸਮੇਂ ਦੇ ਉੱਤੇ ਆਪਣੀਆਂ ਕੋਸ਼ਿਸ਼ਾਂ ਕਰਦੇ ਰਹੇ, ਲੇਕਿਨ ਇਹ ਮੀਲ ਪੱਥਰ ਸਾਬਤ ਹੋਇਆ ਬਾਕੀਆਂ ਵਾਸਤੇ ਔਰ ਉਹਨਾਂ ਨੇ ਇਸ ਤੋਂ ਪ੍ਰੇਰਨਾ ਲੈ ਕੇ ਗਾੜੀ ਆਪਣੀਆਂ ਜਿਹੜੀਆਂ ਗਤੀਵਿਧੀਆਂ ਤਿਆਰ ਰੱਖੀਆਂ। ਔਰ ਇਸ ਤੋਂ ਬਾਅਦ ਜੌਨ ਲੀਲੈਂਡ ਨੇ ਐਸਟਿਕ ਦਾ ਸਿਧਾਂਤ ਦਿੱਤਾ, ਆਕਟੇਵ ਰੂਲ ਦਾ ਸਿਧਾਂਤ ਦਿੱਤਾ। ਬੱਚੇ ਇਹ ਉਹ ਵਿਗਿਆਨੀ ਬੜਾ ਸੰਗੀਤ ਪ੍ਰੇਮੀ ਸੀ, ਸੰਗੀਤ ਨਾਲ ਪਿਆਰ ਕਰਨ ਵਾਲਾ ਸੀ ਅਤੇ ਇਸੇ ਕਾਰਨ ਕਰਕੇ ਇਸ ਨੇ ਰਸਾਇਣਿਕ ਵਿਗਿਆਨ ਦੇ ਤੱਤਾਂ ਨੂੰ ਆਪਣੇ ਸੰਗੀਤ ਦੇ ਵਿੱਚ ਪਰੋ ਲਿਆ ਅਤੇ ਇਸੇ ਕਰਕੇ ਇਸ ਨੂੰ ਐਸਟਿਕ ਵਿਗਿਆਨ ਦਾ ਸਿਧਾਂਤ ਦਿੱਤਾ ਗਿਆ। ਤੁਸੀਂ ਜਾਣਦੇ ਜੇ ਜਿਸ ਤਰ੍ਹਾਂ ਸੰਗੀਤ ਦੇ 7 ਸੁਰਾਂ ਹੁੰਦੀਆਂ ਨੇ, ਇਸੇ ਤਰ੍ਹਾਂ ਇਸ ਨੇ ਵੀ ਐਲੀਮੈਂਟਸ ਨੂੰ ਬਿਲਕੁਲ ਸੰਗੀਤ ਦੀ ਤਰ੍ਹਾਂ ਹੀ ਅਰੇਂਜਮੈਂਟ ਕੀਤਾ ਅਤੇ ਉਹਨਾਂ ਨੂੰ ਉਹਨਾਂ ਦੇ ਵਧਦੇ ਹੋਏ ਕ੍ਰਮ ਦੇ ਵਿੱਚ ਅਰੇਂਜਮੈਂਟ ਕੀਤਾ। ਤੁਸੀਂ ਦੇਖ ਹੀ ਸਕਦੇ ਜੇ ਜਿਸ ਤਰ੍ਹਾਂ ਸੰਗੀਤ ਦੀਆਂ 7 ਸੁਰਾਂ ਹੁੰਦੀਆਂ ਹਨ, ਆਪਾਂ ਟੇਬਲ 'ਤੇ ਦੇਖ ਹੀ ਲਈਏ। ਇਹ 7 ਸੁਰਾਂ ਬੱਚੇ, ਇਸ ਨੂੰ ਮਿਊਜ਼ੀਕਲ ਨੋਟਸ ਆਪਾਂ ਕਹਿੰਦੇ ਹਾਂ, ਸਾ, ਰੇ, ਗਾ, ਮਾ, ਪਾ, ਦਾ, ਨੀ, ਸਾ। ਜਿਸ ਤਰ੍ਹਾਂ ਹਰ 8ਵੀਂ ਸੁਰ ਪਹਿਲੀ ਸੁਰ ਨਾਲ ਮਿਲਦੀ ਹੈ, ਸਾ ਰੇ ਗਾ ਮਾ ਪਾ ਦਾ ਨੀ ਸਾ, ਸਾ ਫਿਰ ਆ ਗਿਆ ਬੱਚੇ। ਇਸੇ ਤਰ੍ਹਾਂ ਜੇਕਰ ਨਿਊਲੈਂਡ ਨੇ ਕਿਹਾ ਜੇਕਰ ਆਪਾਂ ਤੱਤਾਂ ਨੂੰ ਉਹਨਾਂ ਦੇ ਵਧਦੇ ਹੋਏ ਪਰਮਾਣੂ ਪੁੰਜ ਦੇ ਹਿਸਾਬ ਨਾਲ ਅਰੇਂਜਮੈਂਟ, ਅਟੋਮਿਕ ਮਾਸ ਦੇ ਹਿਸਾਬ ਨਾਲ ਅਰੇਂਜਮੈਂਟ ਕਰਦੇ ਹਾਂ, we arrange them increasing order of their atomic mass, then every 8 element will be same as that of first element। ਮਤਲਬ 8ਵੇਂ ਐਲੀਮੈਂਟ ਦਾ, 8ਵੇਂ ਤੱਤ ਦਾ ਪਹਿਲੇ ਤੱਤ ਨਾਲ ਗੁਣ ਮਿਲਣਗੇ। ਵਾਕਿਆ ਹੀ ਆਪਾਂ ਹਾਈਡਰੋਜਨ ਤੋਂ ਸ਼ੁਰੂਆਤ ਕਰਦੇ ਹਾਂ, ਸਭ ਤੋਂ ਹਲਕਾ ਤੱਤ ਸੀ ਔਰ ਸਭ ਤੋਂ ਹੀ ਜਿਹੜਾ ਉਸ ਵੇਲੇ 56 ਵਿੱਚ ਸਭ ਤੋਂ ਹੀ ਜ਼ਿਆਦਾ ਜਿਹੜਾ ਹੈਗਾ ਸੀ ਉਸ ਨੇ ਅਰੇਂਜ ਕੀਤਾ ਔਰ ਉਸਨੇ ਦੇਖਿਆ ਕਿ ਹਰ 8ਵਾਂ ਤੱਤ ਪਹਿਲੇ ਤੱਤ ਨਾਲ ਮਿਲਦਾ ਹੈ। ਜ਼ਰੂਰੀ ਨਹੀਂ ਹਾਈਡਰੋਜਨ ਤੋਂ ਸ਼ੁਰੂਆਤ ਕਰੀਏ ਤਾਂ ਆਪਾਂ ਦੇਖਦੇ ਹਾਂ ਕਿ ਇਸ ਤੋਂ ਬਾਅਦ 8ਵਾਂ ਤੱਤ ਫਲੋਰੀਨ ਆਉਂਦਾ ਹੈ, ਤਾਂ ਉਹ ਫਲੋਰੀਨ ਜਿਹੜਾ ਹੈ ਉਹ ਬਿਲਕੁਲ ਹਾਈਡਰੋਜਨ ਨਾਲ ਮਿਲਦਾ ਹੈ। ਜੇ ਆਪਾਂ ਬੱਚਿਓ ਲੀਥੀਅਮ ਛੱਡ ਕੇ ਬਰੀਲੀਅਮ ਤੋਂ ਸ਼ੁਰੂਆਤ ਕਰਦੇ ਜਾਂ ਬੋਰੋਨ ਤੋਂ ਸ਼ੁਰੂਆਤ ਕਰ ਦਿੰਦੇ ਹਾਂ ਬੱਚੇ, ਤਾਂ ਬੋਰੋਨ ਤੋਂ ਸ਼ੁਰੂਆਤ ਕਰਦੇ ਹੋਏ ਆਪਾਂ ਗਾੜੀ ਚੱਲਦੇ ਹਾਂ। 1 2 ਕਾਰਬਨ 2 ਆ ਗਿਆ, ਨਾਈਟ੍ਰੋਜਨ 3, ਆਕਸੀਜਨ 4, 5 6, ਸੋਡੀਅਮ 6, 7 ਮੈਗਨੀਸ਼ੀਅਮ, 8ਵਾਂ ਅਲਮੀਨੀਅਮ ਆ ਗਿਆ ਬੱਚੇ। ਤਾਂ 8ਵਾਂ ਜਿਹੜਾ ਅਲਮੀਨੀਅਮ ਸੀ ਉਹ ਬੋਰੋਨ ਦੇ ਨਾਲ ਬਿਲਕੁਲ ਮਿਲਦਾ ਸੀ, ਉਹਦੇ ਗੁਣ ਸਮਾਨ ਸਨ, ਤਾਂ ਉਹ ਫਿਰ ਐਸਟਿਕ ਦਾ ਨਿਯਮ, ਆਕਟੇਵ ਰੂਲ ਅਪਲਾਈ ਹੋ ਗਿਆ। ਲਗਭਗ ਕੈਲਸ਼ੀਅਮ ਤੱਕ ਸਾਰਿਆਂ 'ਤੇ ਇਹ ਨਿਯਮ ਅਪਲਾਈ ਹੁੰਦਾ ਗਿਆ ਅਤੇ ਇਸ ਨਿਯਮ ਨੂੰ ਆਧਾਰ ਮੰਨਿਆ ਗਿਆ ਪੀਰੀਓਡਿਕ ਕਲਾਸੀਫਿਕੇਸ਼ਨ ਵਾਸਤੇ।
ਔਰ ਇਸ ਦੀ ਬਹੁਤ ਚਰਚਾ ਹੋਈ ਕਿਉਂਕਿ ਇਹ ਪਹਿਲਾ ਗੁਣ ਸੀ ਜਿਹੜਾ ਕਿ ਸੰਗੀਤ ਦੀਆਂ ਸੁਰਾਂ ਦੇ ਨਾਲ ਅਟੈਚਮੈਂਟ ਕਰਕੇ ਬਣਾਇਆ ਗਿਆ ਸੀ ਅਤੇ ਬਹੁਤ ਸਫਲ ਹੋਇਆ। ਚਲੋ ਬੱਚੇ, ਆਪਾਂ ਇਹਦੇ ਬਾਰੇ ਗਾੜੀ ਵਿਚਾਰ ਕਰਦੇ ਹਾਂ ਕਿ ਕੀ ਸੀ ਇਹ ਗੁਣ। ਭਾਰਤੀ ਸੰਗੀਤ ਪ੍ਰਣਾਲੀ ਵਿੱਚ ਆਪਾਂ 7 ਸੁਰਾਂ ਬਾਰੇ ਜਾਣਦੇ ਹਾਂ, ਸਾ ਰੇ ਗਾ ਮਾ ਪਾ ਧਾ ਨੀ ਸਾ। ਇਸੇ ਤਰ੍ਹਾਂ ਪੱਛਮੀ ਸੰਗੀਤ ਵਿੱਚ ਲੋਕ ਵੀ ਇਹਨਾਂ ਦਾ ਪ੍ਰਯੋਗ ਕਰਦੇ ਹਨ। ਉਹਨਾਂ ਦੇ ਵਿੱਚ ਇਸੇ ਤਰ੍ਹਾਂ ਡੀ, ਰੇ, ਮੀ, ਫਾ, ਸਾ, ਲੀ, ਟੀ, ਇਹ ਸੁਰਾਂ ਦਾ ਪ੍ਰਯੋਗ ਹੁੰਦਾ ਹੈ ਅਤੇ ਇਹੀ ਸੁਰਾਂ ਦਾ ਕੋਈ ਸੰਗੀਤਕਾਰ ਗੀਤ ਦੀ ਰਚਨਾ ਵਿੱਚ ਵੀ ਵਰਤੋਂ ਕਰਦਾ ਹੈ। ਜਿੰਨੇ ਵੀ ਕੰਪੋਜ਼ ਕਰਦੇ ਨੇ ਗੀਤਕਾਰ, ਉਹ ਸਾਰੇ ਹੀ ਇਹਨਾਂ ਦੀ ਵਰਤੋਂ ਕਰਦੇ ਹਨ ਅਤੇ ਸੁਭਾਵਿਕ ਤੌਰ ਦੇ ਉੱਤੇ ਕੁਝ ਸੁਰ ਬਾਰ-ਬਾਰ ਰਾਏ ਆਉਂਦੇ ਹਨ ਅਤੇ ਹਰ 8ਵਾਂ ਸੁਰ ਪਹਿਲੇ ਸੁਰ ਦੇ ਨਾਲ ਮਿਲਦਾ ਹੈ। ਇਸ ਨੂੰ ਅਗਲੀ ਪੰਕਤੀ ਦਾ ਸੁਰ ਵੀ ਹੁੰਦਾ ਹੈ। ਇਸੇ ਤਰ੍ਹਾਂ ਬੱਚੇ ਆਪਾਂ ਗਾੜੀ ਚੱਲਦੇ ਹਾਂ ਤਾਂ ਇਸ ਨੂੰ ਨਿਊਲੈਂਡ ਦੇ ਐਸਟਿਕ ਦਾ ਆਕਟੇਵ ਰੂਲ ਦਾ ਨਾਮ ਦਿੱਤਾ ਗਿਆ ਅਤੇ ਇਸ ਰੂਲ ਅਨੁਸਾਰ ਡਾਰਵਿਨ ਦੇ ਯਤਨਾਂ ਨਾਲ ਦੂਜੇ ਵਿਗਿਆਨੀਆਂ ਨੂੰ ਤੱਤਾਂ ਦੇ ਗੁਣਾਂ ਦਾ ਉਹਨਾਂ ਪਰਮਾਣੂ ਪੁੰਜ ਨਾਲ ਸੰਬੰਧ ਸਥਾਪਿਤ ਕਰਨ ਲਈ ਉਤਸ਼ਾਹ ਪੈਦਾ ਹੋ ਗਿਆ। ਹਾਂ ਬੱਚੇ, ਕਿ ਪਰਮਾਣੂ ਪੁੰਜ ਨੂੰ ਉਦਾਹਰਨ ਮੰਨਿਆ ਗਿਆ ਕਿਸੇ ਵੀ ਤੱਤ ਦੇ ਗੁਣਾਂ ਨੂੰ ਆਧਾਰਿਤ ਕਰਨ ਵਾਸਤੇ। ਇਹ ਡਾਰਵਿਨਰ ਦੇ ਕਾਰਨ ਸੀ। ਸੰਨ 1866 ਵਿੱਚ ਇਹੀ ਨਿਊਲੈਂਡ ਅੰਗਰੇਜ਼ ਵਿਗਿਆਨੀ ਜੌਹਨ ਨਿਊਲੈਂਡ ਨੇ ਉਸ ਵੇਲੇ ਜਿਹੜੇ 56 ਤੱਤ ਸੀ, ਹਾਈਡਰੋਜਨ ਤੋਂ ਸ਼ੁਰੂਆਤ ਕੀਤੀ ਅਤੇ ਥੋਰੀਅਮ ਜਾ ਕੇ ਸਮਾਪਤੀ ਕਰਤੀ 56 ਤੱਤ ਤੇ ਉਹਨਾਂ ਨੂੰ ਉਹਨਾਂ ਦੇ ਵਾਧੇ ਹੋਏ ਪਰਮਾਣੂ ਪੁੰਜ ਦੇ ਹਿਸਾਬ ਨਾਲ ਅਰੇਂਜਮੈਂਟ ਕੀਤਾ ਅਤੇ ਲਵਿਸ ਨੇ ਵੇਖਿਆ ਕਿ ਹਰ 8ਵਾਂ ਤੱਤ ਦੇ ਗੁਣ ਪਹਿਲੇ ਤੱਤ ਦੇ ਗੁਣ ਵਰਗੇ ਹਨ ਅਤੇ ਇਹਨਾਂ ਤੱਤਾਂ ਦੀ ਤੁਲਨਾ ਸੰਗੀਤ ਦੇ ਅਸ਼ਟਕ ਨਾਲ ਕੀਤੀ, ਜਿਹਨੂੰ ਆਪਾਂ ਮਿਊਜ਼ੀਕਲ ਨਿਊਟਸ ਆਫ ਮਿਊਜ਼ਿਕ ਕਹਿੰਦੇ ਹਾਂ। ਉਸ ਅਸ਼ਟਕ ਦਾ ਸਿਧਾਂਤ ਦਾ ਨਾਂ ਇਸ ਨੇ ਦਿੱਤਾ ਅਤੇ ਨਿਊਲੈਂਡ ਦੇ ਅਸ਼ਟਕ ਦੇ ਵਿੱਚ ਲੀਥੀਅਮ ਅਤੇ ਸੋਡੀਅਮ ਦੇ ਗੁਣ ਇੱਕੋ ਜਿਹੇ ਸਨ। ਇਹੀ ਕਾਰਨ ਸੀ ਕਿ ਸੋਡੀਅਮ ਲੀਥੀਅਮ ਤੋਂ ਬਾਅਦ 8ਵਾਂ ਤੱਤ ਸੀ। ਇਸ ਤਰ੍ਹਾਂ ਬਰੀਲੀਅਮ ਦੇ ਮੈਗਨੀਸ਼ੀਅਮ ਨਾਲ ਗੁਣ ਆਪਾਂ ਅੱਗੇ ਵਿਚਾਰ ਕੀਤੀ ਆ ਬੱਚੇ, ਟੇਬਲ 'ਤੇ ਵੇਖਿਆ ਸੀ ਬਰੀਲੀਅਮ ਦੇ ਮੈਗਨੀਸ਼ੀਅਮ ਨਾਲ ਮਿਲਦੇ ਨੇ ਅਤੇ ਇਸੇ ਤਰ੍ਹਾਂ ਸੋਡੀਅਮ ਦੇ ਲੀਥੀਅਮ ਨਾਲ ਮਿਲਦੇ ਨੇ। ਹਰ 8ਵੇਂ ਤੱਤ ਦੇ ਪਹਿਲੇ ਤੱਤ ਨਾਲ ਮਿਲਣਗੇ। ਨਿਊਲੈਂਡ ਦੇ ਇਹ ਜਿਹੜਾ ਅਸ਼ਟਕ ਦੇ ਮੂਲ ਰੂਪ ਵਿੱਚ ਸਾਰਨੀ ਆਪਾਂ ਦੇਖ ਲਈ ਬੱਚੇ। ਉਸ ਤੋਂ ਬਾਅਦ ਆਪਾਂ ਬੱਚੇ ਚੱਲਦੇ ਹਾਂ ਕਮੀਆਂ ਵੱਲ। ਇਹਦੀਆਂ ਕੁਝ ਕਮੀਆਂ ਵੀ ਸਨ। ਜਿਸ ਤਰ੍ਹਾਂ ਆਪਾਂ ਜਾਣਦੇ ਹਾਂ, ਇਹ ਵੇਖਿਆ ਗਿਆ ਕਿ ਅਸਲੀ ਸਿਧਾਂਤ ਕੇਵਲ ਕੈਲਸ਼ੀਅਮ ਤੱਕ ਹੀ ਲਾਗੂ ਹੁੰਦਾ ਸੀ ਕਿਉਂਕਿ ਕੈਲਸ਼ੀਅਮ ਮਗਰੋਂ ਹਰ 8ਵਾਂ ਪਹਿਲੇ ਨਾਲ ਨਹੀਂ ਸੀ ਮਿਲਦਾ, ਜਿਹੜਾ ਕਿ ਇਹਦਾ ਬਹੁਤ ਵੱਡਾ ਡਰਾਬੈਕ ਸੀ। ਦੂਜਾ ਬੱਚੇ ਡਰਾਬੈਕ ਇਹਦਾ ਆ ਗਿਆ, ਨਿਊਲੈਂਡ ਨੇ ਕਲਪਨਾ ਕੀਤੀ ਸੀ ਕਿ ਕੁਦਰਤ ਵਿੱਚ ਕੇਵਲ 56 ਤੱਤ ਹੀ ਹਨ ਅਤੇ ਭਵਿੱਖ ਵਿੱਚ ਕੋਈ ਨਵਾਂ ਤੱਤ ਨਹੀਂ ਲੱਭੇਗਾ। ਲੇਕਿਨ ਇਸ ਤਰ੍ਹਾਂ ਨਹੀਂ ਹੋਇਆ। ਸਮਾਂ ਲੰਘਣ ਨਾਲ ਨਵੇਂ ਤੱਤ ਲੱਭੇ ਔਰ ਨਵੇਂ ਤੱਤ ਜਦੋਂ ਲੱਭੇ ਗਏ ਤਾਂ ਉਹਨਾਂ ਦੇ ਜਿਹੜੇ ਗੁਣ ਜਿਹੜੇ ਸੀ ਪਹਿਲੇ ਨਾਲ ਮੇਲ ਨਹੀਂ ਸੀ ਖਾਂਦੇ। ਆਪਣੀ ਸਾਰਨੀ ਸ਼ਾਮਲ ਕਰ ਲਈ। ਨਿਊਲੈਂਡ ਨੇ 2 ਤੱਤਾਂ ਨੂੰ ਇੱਕ ਸਥਾਨ 'ਤੇ ਰੱਖਤਾ ਅਤੇ ਕੁਝ ਅਸਮਾਨ ਤੱਤਾਂ ਨੂੰ ਵੱਖ-ਵੱਖ ਕਰ ਦਿੱਤਾ, ਜਿਹੜੀ ਕਿ ਇਹਦੀ ਬਹੁਤ ਵੱਡੀ ਗਲਤੀ ਸੀ, ਕਮੀ ਸੀ, ਕਿਉਂਕਿ ਆਪਾਂ ਸਮਾਨ ਤੱਤਾਂ ਨੂੰ ਵੱਖਰਾ ਕਰਤਾ ਅਤੇ ਅਸਮਾਨ ਤੱਤਾਂ ਨੂੰ ਇੱਕ ਥਾਂ ਦੇ ਉੱਤੇ ਰੱਖਤਾ। ਇਹ ਵੀ ਇਹਦੀ ਕਮੀ ਸੀ। ਅਤੇ ਇੱਕ ਲਾਸਟ ਵਿੱਚ ਆਪਾਂ ਜਾਂਦੇ ਇੱਕ ਗੱਲ ਹੋਰ ਕਰ ਲਈਏ ਕਿ ਇਸ ਤੋਂ ਕੁਝ ਸਮੇਂ ਬਾਅਦ ਬੱਚਿਓ ਕਿ ਨੋਬਲ ਗੈਸਿਸ, ਅਨਰਟਡ ਗੈਸਿਸ ਦੀ ਆਪਾਂ ਨੋਬਲ ਗੈਸਾਂ ਪੜ੍ਹੀਆਂ ਹੋਈਆਂ ਹਨ, ਅਨਰਟਡ ਗੈਸਾਂ ਪੜ੍ਹੀਆਂ ਹੋਈਆਂ ਹਨ। ਨੋਬਲ ਗੈਸਾਂ ਅਕਿਰਿਆਸ਼ੀਲ ਗੈਸਾਂ ਨਾਲ ਜਾਣੀਆਂ ਜਾਂਦੀਆਂ ਹਨ, ਜਿਹੜੀਆਂ ਕਿਸੇ ਨਾਲ ਕਿਰਿਆ ਨਹੀਂ ਕਰਦੀਆਂ ਔਰ ਉਸ ਵੇਲੇ ਜੋ ਨਹੀਂ ਸੀ ਖੋਜੀਆਂ ਗਈਆਂ, ਬਾਅਦ ਵਿੱਚ ਖੋਜੀਆਂ ਗਈਆਂ, ਜਿਸ ਕਾਰਨ ਕਰਕੇ ਇਹ ਵੀ ਇੱਕ ਕਮੀ ਦੇ ਵਿੱਚ ਨੋਟ ਕੀਤੀਆਂ ਗਈਆਂ ਕਿ ਇਹ ਵੀ ਇੱਕ ਬੜੀ ਵੱਡੀ ਕਮੀ ਸੀ ਕਿ ਜਦੋਂ ਉਹ ਆ ਗਈਆਂ ਤਾਂ ਇਹ ਨਿਯਮ ਗਲਤ ਹੋ ਗਿਆ ਬੱਚੇ, ਕਿਉਂਕਿ ਉਹ ਤੁਹਾਨੂੰ ਪਤਾ ਹੀ ਆ। ਜੇ ਆਪਾਂ ਇਹਦਾ ਗੱਲ ਕਰੀਏ, ਕਮੀਆਂ ਤੋਂ ਪਹਿਲਾਂ ਦੀ ਗੱਲ ਕਰੀਏ, ਤਾਂ ਆਪਾਂ ਦੇਖਦੇ ਹਾਂ ਨਿਊਲੈਂਡ ਦੇ ਨਿਯਮ ਦੇ ਵਿੱਚ ਤਾਂ ਆਪਾਂ ਦੇਖਿਆ ਕਿ ਟੇਬਲ ਆਪਣੇ ਕੋਲ ਸੀ ਇਹਦਾ ਮਿਊਜ਼ੀਕਲ ਨੋਟਸ ਦਾ। ਇਹਦੇ 'ਚ ਬੱਚੇ ਆਪਾਂ ਦੇਖਦੇ ਹਾਂ ਕਿ ਹਾਈਡਰੋਜਨ ਲੀਥੀਅਮ ਤੋਂ ਵਿਚਕਾਰ ਹੀਲੀਅਮ ਆਏਗਾ ਐਂਡ ਇੱਥੇ ਆਪਾਂ ਜਾਣਦੇ ਹਾਂ ਕਿ ਫਲੋਰੀਨ ਤੋਂ ਬਾਅਦ ਨਿਓਨ ਆਏਗਾ। ਇਸ ਕਾਰਨ ਕਰਕੇ 8ਵਾਂ ਤੱਤ ਪਹਿਲੇ ਤੱਤ ਨਾਲ ਨਹੀਂ ਸੀ ਮਿਲੇਗਾ, ਜਿਸ ਦੀ ਡਰਾਬੈਕ ਕਰਕੇ ਇਹ ਵੀ ਨਿਯਮ ਸਾਡਾ ਜਿਹੜਾ ਬਾਅਦ ਵਿੱਚ ਫਲਾਪ ਰਿਹਾ। ਲੇਕਿਨ ਇਸ ਸਮੇਂ ਤੱਕ ਅਸੀਂ ਜਿਹੜਾ ਵਾ ਇਸ ਦੀ ਬਹੁਤ ਜ਼ਿਆਦਾ ਯੋਗਦਾਨ ਰਿਹਾ ਕਿ ਇਸ ਨੇ ਪਰਮਾਣੂ ਅੰਕ ਨੂੰ ਆਧਾਰ ਮੰਨਿਆ ਅਤੇ ਉਸ ਨੂੰ ਲਿੰਕ ਕੀਤਾ ਬਾਕੀਆਂ ਦੇ ਨਾਲ। ਅਤੇ ਬਾਕੀ ਇਸ ਤੋਂ ਬਾਅਦ ਮੈਂਡਲੀਫ ਆਇਆ ਜਾਂ ਕੋਈ ਵੀ ਆਇਆ ਤਾਂ ਉਸਨੇ ਇਹੀ ਪਰਮਾਣੂ ਪੁੰਜ ਨੂੰ ਹੀ ਆਧਾਰ ਮੰਨ ਕੇ ਪੀਰੀਓਡਿਕ ਟੇਬਲ ਨੂੰ ਸ਼ੁਰੂ ਕੀਤਾ। ਪੀਰੀਓਡਿਕ ਟੇਬਲ ਜਿਹੜਾ ਹੈਗਾ ਸੀ ਉਸ ਦਾ ਕਲਾਸੀਫਿਕੇਸ਼ਨ ਕਰਨੀ ਸ਼ੁਰੂ ਕੀਤੀ ਅਤੇ ਬਹੁਤ ਜ਼ਿਆਦਾ ਸਫਲਤਾ ਪ੍ਰਾਪਤ ਕੀਤੀ। ਭਾਵੇਂ ਕਿ ਬੱਚਿਓ ਜਿਹੜਾ ਮਾਡਰਨ ਟੇਬਲ ਆਪਾਂ ਦੇਖਿਆ ਸੀ, ਆਪਾਂ ਸਾਰਿਆਂ ਨੇ ਦੇਖਿਆ ਸੀ, ਉਹਦੇ ਵਿੱਚ ਭਾਵੇਂ ਤੁਸੀਂ ਜਾਣਦੇ ਜੇ
ਕਿ ਉਹਦੇ ਵਿੱਚ ਭਾਵੇਂ ਕਿ ਪੀਰੀਓਡਿਕ ਟੇਬਲ ਦੇ ਵਿੱਚ ਐਟੋਮਿਕ ਮਾਸ ਦੀ ਜਗ੍ਹਾ ਐਟੋਮਿਕ ਨੰਬਰ ਪਰਮਾਣੂ ਅੰਕ ਨੂੰ ਆਧਾਰ ਮੰਨਿਆ ਗਿਆ ਅਤੇ ਉਹ ਸਫਲ ਰਿਹਾ, ਜਿਹੜਾ ਕਿ ਅੱਜ ਕੱਲ੍ਹ ਮਾਡਰਨ ਪੀਰੀਓਡਿਕ ਟੇਬਲ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਮੈਨੂੰ ਆਸ ਹੈ ਕਿ ਤੁਹਾਨੂੰ ਇਹ ਲੈਕਚਰ ਪਸੰਦ ਆਏਗਾ। ਧੰਨਵਾਦ। ਥੈਂਕਸ। ਬੀ ਹੈਪੀ। ਖੁਸ਼ ਰਹੋ। ਥੈਂਕਸ ਵੈਰੀ ਵੈਰੀ ਮਚ।